ਏਕੋ ਸਤਿਗੁਰੂ ਪ੍ਰਸਾਦ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਗਿਆਨ ਜੋਤ ਪ੍ਰੋਗਰਾਮ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਵਿੱਚੋਂ ਇੱਕ ਸ਼ਬਦ ਲੈ ਕੇ ਆਏ ਹਾਂ। ਕਹਾਂ ਪਇਓ ਜੋ ਤਨ ਪਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪਏ ਤੋਰੋ ਜਨ। ਏਕੋ सतगुरु प्रसाद आद गुरे नमे जुगाद गुरु नमे श्री सतगुरु ए नमे श्री गुरुदेव ए नमे। प्यारी साध संगत जी, ये जो शब्द है कहाँ पयो जो तन पयो छिन छिन, प्रेम जाए तो डर पे तोरा जन। ਇਹ ਸਾਨੂੰ ਹਜ਼ੂਰ ਸਮਝਾਉਂਦੇ ਨੇ ਵੀ ਇਨਸਾਨ ਵੀ ਉਮਰ ਬੀਤਦੀ ਜਾਂਦੀ ਆ ਤਾਂ ਕਹਿੰਦੇ ਤੂੰ ਕੀ ਪ੍ਰਾਪਤ ਕੀਤਾ, ਪਲ ਪਲ ਕਹਿੰਦੀ ਤੇਰੀ ਉਮਰ ਘਟਦੀ ਜਾਂਦੀ ਆ ਤਾਂ ਕਹਿੰਦੇ ਫੇਰ ਕੀ ਕਹਿੰਦੇ ਸਮਝਾਉਂਦੇ ਨੇ ਸਾਡੇ ਜੀਵਾਂ ਨੂੰ। ਤੇ ਉਹ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਮੈਂ ਪ੍ਰੇਮ ਉਸ ਸੱਚੇ ਪਾਤਸ਼ਾਹ ਸਤਪੁਰਸ਼ ਨਾਲ ਪਾਇਆ ਹੋਇਆ। ਇਹ ਉਮਰ ਘਟਦੀ ਆ ਤਾਂ ਮੈਂ ਇਹ ਨਹੀਂ ਚਾਹੁੰਦਾ ਕਿ ਮੇਰਾ ਜਿਹੜਾ ਪਿਆਰ ਹੈ, ਮੇਰਾ ਪ੍ਰੇਮ ਹੈ ਉਸ ਸੱਚੇ ਪਾਤਸ਼ਾਹ ਨਾਲ, ਉਹ ਕਿਸੇ ਤਰੀਕੇ ਨਾਲ ਵੀ ਘਟ ਜਾਵੇ। ਹੁਣ ਪਿਆਰੀ ਸਾਧ ਸੰਗਤ ਜੀ, ਇੱਥੇ ਅਸੀਂ ਆਏ ਹਾਂ, ਇੱਥੇ ਕਹਿੰਦੇ ਪ੍ਰੇਮ ਦੁਨੀਆ ਦੇ ਜੀਵ ਜਾ ਰਹੇ ਨੇ, ਇਹ ਵੀ ਪ੍ਰੇਮ ਚੋਂ ਹੀ ਜਾ ਰਹੇ ਨੇ, ਤੇ ਜਿਹੜੇ ਦੁਨੀਆ ਦੇ ਜੀਵ ਸੰਤ ਮਹਾਤਮਾ ਆ ਉਹ ਵੀ ਪ੍ਰੇਮ ਕਰਦੇ। ਅਸੀਂ ਦੁਨੀਆ ਦੇ ਜੀਵ ਇੱਥੇ ਆ ਕੇ ਇਹ ਪ੍ਰੇਮ ਦੀ ਜਿਹੜੀ ਪਹਿਲੀ ਆ ਉਹ ਸੱਚੇ ਪਾਤਸ਼ਾਹ ਤੋਂ ਜਿਹੜੇ ਲੈ ਕੇ ਆਏ ਸੀ ਉਹ ਅਸੀਂ ਇਹ ਗਵਾ ਬੈਠੇ ਆ। ਤੇ ਅਸੀਂ ਪ੍ਰੇਮ ਕੀ ਕਰਦੇ ਆ, ਇਹ 84 ਲੱਖ ਜੀਆ ਜੂਨ ਦੇ ਜਿੱਤੇ ਅਸੀਂ ਚੱਕਰ ਲਾਉਂਦੇ ਆ, ਇਹ ਕੁਟੁੰਬ ਪਰਿਵਾਰ ਜਿਹੜਾ ਪੈਦਾ ਕਰਦੇ ਹਾਂ 84 ਚ, ਫਿਰ ਹਾਟ ਹਵੇਲੀਆਂ ਕਬਜ਼ੇ ਕਰਦੇ ਆ, ਫਿਰ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਅਸੀਂ ਇਹ ਜਿੰਨੇ ਵੀ ਚੀਜ਼ਾਂ ਪਦਾਰਥ ਪੈਦਾ ਕੀਤੇ ਹੋਏ ਹਨ, ਕਹਿੰਦੇ ਸਾਰਿਆਂ ਨਾਲ ਸਾਡਾ ਪ੍ਰੇਮ ਆ। ਤੇ ਦੂਸਰੇ ਪਾਸੇ ਜਿਹੜੇ ਸੰਤ ਮਹਾਤਮਾ ਕਹਿੰਦੇ ਨੇ, ਹਜ਼ੂਰ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਇਹ ਕਹਿੰਦੇ ਨੇ ਇਹਨਾਂ ਨੇ ਇਸ ਦੁਨੀਆ ਦੇ ਵਿੱਚ ਆ ਕੇ ਉਸ ਪਰਮਾਤਮਾ ਨਾਲ, ਉਹ ਪਰਮਾਤਮਾ ਜਿਹੜਾ ਪ੍ਰੇਮ ਦਾ ਰੂਪ ਹੈ ਉਹਦੇ ਨਾਲ ਪਿਆਰ ਕੀਤਾ ਹੈ। ਉਹ ਕਹਿੰਦੇ ਗੁਰੂ ਔਰ ਸ਼ਬਦ, ਉਹ ਸ਼ਬਦ ਨਾਲ ਪਿਆਰ ਕਰਦੇ ਨੇ ਤਾਂ ਉਹ ਆਪਣੇ ਅੰਦਰ ਸ਼ਬਦ ਦਾ ਜਿਹੜੇ ਉਹਨਾਂ ਦੇ ਵਿੱਚ ਬੈਰਾਗ ਪੈਦਾ ਹੋ ਜਾਂਦਾ, ਫਿਰ ਉਹ ਨਹੀਂ ਚਾਹੁੰਦੇ ਵੀ ਕਿਸੇ ਵੀ ਵਜ੍ਹਾ ਕਾਰਨ ਸਾਡਾ ਜਿਹੜਾ ਪ੍ਰੇਮ ਆ ਘਟ ਜਾਵੇ ਉਸ ਸੱਚੇ ਪਾਤਸ਼ਾਹ ਦੇ ਨਾਲੋਂ। ਹੁਣ ਅਸੀਂ ਦੱਸਦੇ ਨੇ ਇੱਥੇ ਦੁਨੀਆ ਦੇ ਵਿੱਚ ਆ ਕੇ ਅਸੀਂ ਜਨਮ ਜਾਣੀ ਕਿ ਕੀਤਾ, ਪੂਜਾ ਕਰਦੇ ਹਾਂ, 84 ਦੇ ਚੱਕਰ 'ਚ ਪਏ ਹਾਂ, ਪਰਮਾਤਮਾ ਨੂੰ ਅਸੀਂ ਪਰਮਾਤਮਾ ਦੀ ਅੰਸ਼ ਹਾਂ। ਤੇ ਉਸ ਬਾਰੇ ਸਮਝਾਉਂਦੇ ਨੇ ਸਾਨੂੰ ਹਜ਼ੂਰ ਸੱਚੇ ਪਾਤਸ਼ਾਹ ਕਬੀਰ ਸਾਹਿਬ ਜੀ ਸਮਝਾਉਂਦੇ ਨੇ, ਕਹਿਤਾ ਹੂੰ ਕਹਿ ਜਾਤ ਹੂੰ ਕਹਾਂ ਬਜਾਊਂ ਢੋਲ, ਸਵਾਸਾ ਖਾਲੀ ਜਾਤ ਹੈ तीन ਲੋਕ ਕਾ ਮੋਲ। ਵੀ ਭਾਈ ਤੈਨੂੰ ਜੀਵਨ ਮਿਲਿਆ ਹੈ, ਜਿਸ ਦਿਨ ਕਹਿੰਦੇ ਤੂੰ ਇਸ ਸੱਚੇ ਜਾਣੀ ਕਿ ਮਾਤਾ ਦੇ ਗਰਭ ਦੇ ਵਿੱਚੋਂ ਇਸ ਦੁਨੀਆ 'ਚ ਪ੍ਰਵੇਸ਼ ਹੋਇਆ ਹਾਂ, ਤਾਂ ਤੂੰ ਕੀ ਕਹਿੰਦੇ ਸਵਾਸਾਂ ਦੀ ਪੂੰਜੀ ਲੈ ਕੇ ਆਇਆ ਸੀ, ਹੋਰ ਤੇਰੇ ਕੋਲ ਕੁਛ ਨਹੀਂ ਸੀ। ਉਹ ਸਵਾਸਾਂ ਦੀ ਪੂੰਜੀ ਜਿਸ ਵੇਲੇ ਜਨਮ ਲਿਆ ਉਸ ਵੇਲੇ ਹੀ ਤੇਰੇ ਕਹਿੰਦੇ ਖਤਮ ਹੋਣੀ ਸ਼ੁਰੂ ਹੋ ਗਏ। ਕੀ ਮਤਲਬ ਇਹ ਹੈ ਕਿ ਤੂੰ ਮੌਤ ਵਾਲੇ ਪਾਸੇ ਨੂੰ ਚੱਲ ਪਿਆ। ਤੇ ਉਹ ਕਹਿੰਦੇ ਵੀ ਇੱਕ ਸਵਾਸ ਦੀ ਇਤਨੀ ਕੀਮਤ ਹੈ, ਤੇ ਜੇ ਤੂੰ ਕਹਿੰਦੇ ਵੀ ਉਸ ਦਾ ਸਹੀ ਤਰੀਕੇ ਨਾਲ ਪ੍ਰਯੋਗ ਕਰੇ, ਉਸ ਨੂੰ ਵਰਤੇ, ਤਾਂ ਕਹਿੰਦੇ ਤੇਰਾ ਉਹ ਕਿਸੇ ਲੇਖੇ ਕੰਮ। ਉਹ ਕੀ ਹੈ, ਅਸੀਂ ਸਵਾਸਾਂ ਨਾਲ ਇਹ ਦੁਨੀਆ ਦੀ ਚੀਜ਼ਾਂ ਖਰੀਦਦੇ ਹਾਂ, ਉਹ ਸਵਾਸਾਂ ਨਾਲ ਹੀ ਅਸੀਂ ਕਹਿੰਦੇ ਉਹ ਪਰਮਾਤਮਾ ਦੇ ਭਜਨ ਸਿਮਰਨ ਕਰਕੇ ਉਸ ਦੇ ਨਾਲ ਮਿਲਾਪ ਕਰ ਸਕਦੇ ਹਾਂ। कि कहता हूँ कह जात हूँ कहाँ बजाऊँ ढोल, ਸਵਾਸਾ ਖਾਲੀ ਜਾਤ ਹੈ तीन लोक का मोल। अगर मौत का टाइम आया होवे तो कहिए भी 2 ਸਵਾਸ ਹੋਰ ਆ ਜਾਣ, नहीं, वो कहते ये एक ਸਵਾਸ की कीमत त्रिलोकी के बराबर है। ਹੁਣ ਸਾਨੂੰ ਕਹਿੰਦੇ ਵੀ ਇਹ ਕਿਉਂ ਅਸੀਂ ਜਨਮ ਜਦੋਂ ਲਿਆ, ਇਹ ਜਨਮ ਲੈਣ ਦਾ ਸਾਡਾ ਮਤਲਬ ਕੀ ਸੀ, ਗੁਰ ਸੇਵਾ ਤੇ ਭਗਤ ਕਮਾਈ। ਅਸੀਂ ਗੁਰੂ ਦੀ ਸੇਵਾ ਤੇ ਭਗਤੀ ਕਰਨ ਵਾਸਤੇ ਤੈਨੂੰ ਇਹ ਕਹਿੰਦੇ 84 ਲੱਖ ਜੀਆ ਜੂਨ ਚ ਚੱਕਰ ਕੱਟਦਾ ਜਿਸ ਲਈ ਇਸ ਸਰੀਰ ਵਿੱਚ ਆਇਆ, ਤਾਂ ਕਹਿੰਦੇ ਇਹ ਤੇ 2 ਕਾਰਜ ਕਰਨ ਵਾਸਤੇ ਆਇਆ ਸੀ। ਕਹਿੰਦੇ ਤਬ ਹੀ ਮਾਨਸ ਦੇਹੀ ਪਾਈ, ਤੈਨੂੰ ਇਹ ਮਾਨਸ ਦੇਹੀ ਇਸ ਕਰਕੇ ਮਿਲੀ ਹੈ
ਹੁਣ ਅੱਗੇ ਸਮਝਾਉਂਦੇ, ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਹਰ ਭਜ ਕੀ ਸੇਵ। ਕਿ ਉਹ ਜਿਹੜੇ ਦੇਵਤੇ ਆਪਣੀ ਮਨ ਬੁੱਧੀ ਦੇ ਨਾਲ ਪੂਜਾ ਕਰਕੇ ਉਹ ਬੈਕੁੰਠਾਂ ਜਾਂ ਸਵਰਗਾਂ 'ਚ ਬੈਠੇ ਦੇਵਤੇ ਬਣੇ ਬੈਠੇ ਨੇ, ਉਹ ਵੀ ਚਾਹੁੰਦੇ ਨੇ ਕਿ ਉਹਨਾਂ ਨੂੰ ਗਿਆਨ ਹੈ ਅਗਰ ਅਸੀਂ ਇਸ ਦੁਨੀਆ ਤੇ ਫੇਰ ਮਾਨਸ ਦੇਹੀ ਪ੍ਰਾਪਤ ਕਰੀਏ ਤਾਂ ਅਸੀਂ ਪਰਮਾਤਮਾ ਨੂੰ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਅਸੀਂ ਦ੍ਰਿੜ ਫੇਰ ਉਹ ਸਿਮਰਨ ਪੂਜਾ ਉਹ ਕਰਾਂਗੇ। ਹੁਣ ਪਿਆਰੀ ਸਾਧ ਸੰਗਤ ਜੀ ਇੱਥੇ ਸਾਨੂੰ ਕੀ ਦੱਸਦੇ ਨੇ, ਦਿਨ ਤੇ ਪਹਿਰ ਕਹਿੰਦੇ ਅਸੀਂ ਜਿਸ ਦਿਨ ਆ ਗਏ ਇੱਥੇ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਬਦ ਘਟੇ ਤਨ ਛੀਜੇ। ਇਹ ਕਹਿੰਦੇ ਇੱਕ ਸੈਕਿੰਡ, ਇੱਕ ਪਲ ਤੇਰਾ ਕਹਿੰਦੇ ਤੇਰੀ ਉਮਰ ਜਿਹੜੀ ਆਜੂ ਆ ਇਹ ਘਟਦੀ ਜਾਂਦੀ ਹੈ। ਤਨ ਤੇਰਾ ਕਹਿੰਦੇ ਬਚਪਨ 'ਚ ਹੋਰ ਸੀ, ਜਵਾਨੀ 'ਚ ਫਿਰ ਹੋਰ ਸੀਗਾ, ਹੁਣ ਕਹਿੰਦੇ ਬੁਢੇਪੇ 'ਚ ਜਾ ਕੇ ਇਹ ਕਹਿੰਦੇ ਤਨ ਵੀ ਤੇਰਾ ਉਹ ਓਨਾ, ਜਾਣੀ ਕਿ ਇਸ ਦੇ ਵਿੱਚ ਜ਼ੋਰ ਨਹੀਂ ਰਿਹਾ ਜਾਂ ਇਸ ਦੇ ਵਿੱਚ ਤੂੰ ਉਹ ਕਾਰਜ ਨਹੀਂ ਕਰ ਸਕਦਾ। ਹੁਣ ਪਿਆਰੀ ਸਾਧ ਸੰਗਤ ਜੀ ਇੱਥੇ ਸਾਨੂੰ ਇੱਕ ਚੀਜ਼ ਹੋਰ ਸਮਝ ਆਉਂਦੀ ਆ, ਅਸੀਂ ਇੱਥੇ ਦੁਨੀਆ ਤੇ ਆ ਕੇ ਦੇਖੋ ਕਿਸ ਤਰ੍ਹਾਂ ਹੈ ਕਿ ਅਸੀਂ ਦਿਨ ਆਪਣੇ ਆਪ ਨੂੰ ਬਦਲਦੇ ਹਾਂ। ਕਿਸ ਤਰ੍ਹਾਂ ਕਹਿੰਦੇ ਅਸੀਂ ਇੱਥੇ ਆ ਕੇ ਜਨਮ ਲਿਆ, ਪਹਿਲਾਂ ਪੁੱਤਰ ਬਣੇ, ਫਿਰ ਨਾਲ ਹੀ ਅਸੀਂ ਪੋਤੇ ਬਣ ਗਏ, ਪੋਤੇ ਤੋਂ ਬਾਅਦ ਅਸੀਂ ਭਤੀਜੇ ਬਣੇ, ਫਿਰ ਸਾਡੇ ਭਰਾ ਪੈਦਾ ਹੋਏ, ਭਰਾ ਤੋਂ ਪੈਦਾ ਹੋਣ ਤੋਂ ਬਾਅਦ ਕਹਿੰਦੇ ਬਈ ਇਹ ਜਿਹੜਾ ਜੋ ਕੁਝ ਵੀ ਸੀ ਕਿ ਕਹਿੰਦੇ ਤੂੰ ਰਿਸ਼ਤੇਦਾਰ ਯਾਰਾਂ ਦੋਸਤਾਂ 'ਚ ਆ ਗਿਆ। ਦੂਸਰੇ ਪਾਸੇ ਮਾਤਾ ਵਾਲੇ ਪਾਸਿਓਂ ਅਸੀਂ ਦੋਤੇ ਬਣੇ, ਫਿਰ ਅਸੀਂ ਭਾਣਜੇ ਬਣਦੇ ਹਾਂ, ਭਾਣਜੇ ਤੋਂ ਫਿਰ ਸਾਡੀ ਉਹ ਜਿਹੜੀ ਕੁੱਲ ਵੱਜਦੀ ਉਹ ਫਿਰ ਅਸੀਂ ਭੂਆ ਭਰਾ ਕਹਾਉਂਦੇ ਆ, ਮਾਮਾ ਭਰਾ ਕਹਾਉਂਦੇ। ਇਹ ਐਡਾ ਲੰਮਾ ਕੁਟੁੰਬ ਪਰਿਵਾਰ ਜਿਹੜਾ ਪੈਦਾ ਹੋ ਗਿਆ, ਇਸ ਤੇ ਦੱਸਦੇ ਨੇ ਪ੍ਰੀਤ ਬਹੁਤ ਸੰਸਾਰ ਮੇ। ਇਹ ਕਹਿੰਦੇ ਪ੍ਰੀਤ ਜਿਹੜੀ ਪਾਉਣਾ ਹੈ ਇਹ ਦੁਨੀਆ ਦੇ ਵਿੱਚ ਬਹੁਤ ਹੈ, ਕਹਿੰਦੇ ਤਰ੍ਹਾਂ ਤਰ੍ਹਾਂ ਦੀ ਪ੍ਰੀਤ ਹੈ। ਪ੍ਰੀਤ ਬਹੁਤ ਸੰਸਾਰ ਮੇ, ਨਾਨਾ ਵਿਦ ਕੀ ਸੋਈ, ਉੱਤਮ ਪ੍ਰੀਤ ਸੋ ਜਾਣੀਏ, ਸਤਿਗੁਰੂ ਸੇ ਜੋ ਹੋਈ। ਇੱਥੇ ਅਸੀਂ ਆ ਰਿਸ਼ਤੇਦਾਰੀਆਂ ਦੇ ਜਿਹੜੇ ਪ੍ਰੀਤ ਪ੍ਰੇਮ ਕਰਦੇ ਆ, ਕਹਿੰਦੇ ਇਹਦਾ ਇੰਨਾ ਜਾਣੀ ਕਿ ਇੱਥੇ ਮਹੱਤਤਾ ਨਹੀਂ ਹੈ, ਸਾਨੂੰ ਕਰਨੀ ਪੈਂਦੀ ਹੈ। ਪਰ ਕਹਿੰਦੇ ਜਿਹੜੀ ਉੱਤਮ ਤੋਂ ਉੱਤਮ ਪ੍ਰੀਤ ਉਹ ਪ੍ਰੇਮ ਹੈ, ਉਹ ਕੀ ਹੈ, ਸਤਿਗੁਰੂ ਦੇ ਨਾਲ। ਇੱਥੇ ਆ ਕੇ ਜਿਹੜਾ ਉਹ ਸਤਿਗੁਰੂ ਨੂੰ ਲੱਭ ਕੇ ਸਤਿਗੁਰੂ ਦੇ ਨਾਲ ਪਿਆਰ ਪੈਦਾ ਕਰਦਾ ਹੈ, ਉਹਦੇ ਨਾਲ ਫਿਰ ਉਹਦੇ ਹੁਕਮ ਤੇ ਚੱਲਦਾ, ਉਹ ਕਹਿੰਦੇ ਸਾਰਿਆਂ ਨਾਲੋਂ ਉੱਤਮ ਪ੍ਰੀਤ ਹੈ। ਸੋ ਆਪ ਜੀ ਦੱਸਦੇ ਨੇ, ਦੁਰਲਭ ਜਨਮ ਪੁੰਨ ਫਲ ਪਾਇਆ, ਬਿਰਥਾ ਜਾਤ ਬਵੇਕਾ। ਤੂੰ ਆਇਆ ਹੈ ਕਹਿੰਦੇ ਦੁਰਲਭ ਜਨਮ ਪਾਇਆ, ਇਹ ਕਹਿੰਦੇ ਬੜੇ ਅੱਛੇ ਭਾਗਾਂ ਨਾਲ ਮਿਲਦੇ, ਪਰ ਇਹਨੂੰ ਕਹਿੰਦੇ ਤੂੰ ਬਗੈਰ ਅਰਥ ਤੋਂ ਇਹਨੂੰ ਖਰਾਬ ਕਰੀ ਜਾਂਦਾ, ਦੁਨੀਆ ਦੇ ਕੰਮਾਂ ਕਾਰਾਂ ਭਾਗਾਂ ਦੇ ਵਿੱਚ ਲੱਗਾ ਹੋਇਆ। ਕਹਿੰਦੇ ਇਹ ਤੇਰਾ ਬਿਰਥ ਆ, ਬਗੈਰ ਇਹਦਾ ਕੋਈ ਅਰਥ ਨਹੀਂ ਹੋਏਗਾ। ਹੁਣ ਪਿਆਰੀ ਸਾਧ ਸੰਗਤ ਜੀ ਜਿਸ ਲਈ ਸਾਨੂੰ ਇਹ ਦੱਸਿਆ ਕਿ ਅਸੀਂ ਇਹ ਬਿਰਥਾ ਜਾਤ ਆ, ਤੇ ਹੁਣ ਹਜ਼ੂਰ ਦਾ ਜੋ ਸ਼ਬਦ ਹੈ ਉਹ ਕੀ ਕਹਿੰਦੇ, ਕਹਾਂ ਪਇਓ ਜੋ ਤਨ ਪਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪੈ ਤੋਰਾ ਜਨ। ਜਿਹੜਾ ਮਹਾਤਮਾ ਹੈ ਉਹ ਸਤਪੁਰਸ਼ ਨਾਲ ਪਿਆਰ ਕਰਦੇ ਨੇ, ਇਸ ਕਰਕੇ ਉਹ ਸਾਨੂੰ ਇਹ ਸਮਝਾਉਂਦੇ ਨੇ। ਕੀ ਸਮਝਾਉਂਦੇ ਨੇ, ਪ੍ਰੇਮ ਪਦਾਰਥ ਨਾਮ ਹੈ ਭਾਈ। ਜਿਹੜਾ ਅਸਲੀ ਪ੍ਰੇਮ ਹੈ ਉਹ ਪਦਾਰਥ ਹੈ, ਉਹ ਨਾਮ ਹੈ ਦਾ ਭਾਈ। ਉਹ ਨਾਮ ਕੀ ਹੈ, ਜਿਸ ਨੇ ਇੱਥੇ ਸ੍ਰਿਸ਼ਟੀ ਪੈਦਾ ਕੀਤੀ, ਜਿਹਦੇ ਨਾਲ ਅਸੀਂ ਸ੍ਰਿਸ਼ਟੀ ਉਹਦੇ ਨਾਲ ਅਗਰ ਰਲ ਕੇ ਉਹਦੇ ਨਾਲ ਮਿਲਾਪ ਕਰਕੇ ਅਸੀਂ ਆਪਣਾ ਵੀ ਕਹਿੰਦੇ ਸਭ ਕੁਝ ਇਸ ਦੁਨੀਆ ਤੇ ਉਹ ਸੱਚੇ ਪ੍ਰੇਮ ਦੇ ਜਾਣੀ ਕਿ ਸਾਗਰ ਤੇ ਅਸੀਂ ਪ੍ਰਵੇਸ਼ ਹੋਵਾਂ। ਕਹਿੰਦੇ ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਵਿਨਾਸ਼ਾ। ਜਿਹਨੇ ਅੰਦਰ ਪ੍ਰੇਮ ਪੈ ਗਿਆ, ਪ੍ਰੇਮ ਪੈਦਾ ਕਰ ਲਿਆ ਕਿਹਦੇ, ਗੁਰੂ ਦੇ ਜਰੀਏ, ਤਾਂ ਕਹਿੰਦੇ ਉਹਦੇ ਅੰਦਰ ਜਿਹੜੇ ਮਾਇਆ ਦਾ ਮੋਹ ਹੈ, ਮਾਇਆ ਦਾ ਜਿਹੜੇ ਰੰਗ ਤਮਾਸ਼ਾ, ਇਹ ਕਹਿੰਦੇ ਬਿਨਸ ਜਾਣਗੇ। ਹੁਣ ਅੱਗੇ ਸਾਨੂੰ ਕੀ ਕਹਿੰਦੇ, ਰਾਮ ਪ੍ਰੇਮ ਜੋ ਵਰਜੇ ਕਿਮ। ਕਹਿੰਦੇ ਮੇਰੇ ਅੰਦਰ ਜਿਹੜਾ ਹਜ਼ੂਰ ਦੱਸਦੇ ਨੇ ਗੁਰੂ ਰਵਿਦਾਸ ਜੀ ਕਿ ਮੇਰੇ ਅੰਦਰ ਜਿਹੜਾ ਪ੍ਰੇਮ ਪੈਦਾ ਹੋਇਆ ਉਹਨੂੰ ਹੁਣ ਕਹਿੰਦੇ ਵਰਜ ਕੋਈ ਬੰਦ ਨਹੀਂ ਕਰ ਸਕਦਾ। ਅਬ ਵਰਜਤ ਨਹੀਂ ਕਾਜ, ਕੋਈ ਇਦਾਂ ਦਾ ਕਾਰਜ ਨਹੀਂ ਹੈਗਾ ਜਿਹੜਾ ਉਹਨੂੰ ਜਾਣੀ ਕਿ ਪ੍ਰੇਮ ਨੂੰ ਰੋਕ ਸਕੇ। ਰੋਮ ਰੋਮ ਮੈਂ ਅਮੀ ਰਸ ਗਇਓ, ਉਹਦੇ ਕਹਿੰਦੇ ਰਸ ਗਿਆ, ਰੋਮ ਰੋਮ ਦੇ ਵਿੱਚ ਮੇਰੇ 'ਚ ਰਸ ਗਿਆ।
ਤਾਂ ਹੈ ਨਾ ਹੋਤ ਇਲਾਜ ਇਸ ਦਾ ਕਹਿੰਦੇ ਹੁਣ ਕੋਈ ਇਲਾਜ ਨਹੀਂ। ਹੁਣ ਸਾਨੂੰ ਦੱਸਦੇ ਨੇ ਵੀ ਇੱਥੇ ਅਸੀਂ ਆ ਕੇ ਸਾਰੇ ਚਾਹੁੰਦੇ ਹਾਂ ਪ੍ਰੇਮ ਕਰੀਏ, ਕਰਦੇ ਹਾਂ। ਜਿਹੜਾ ਪ੍ਰੇਮ ਕਹਿੰਦੇ ਉਸ ਸੱਚੇ ਪਾਤਸ਼ਾਹ ਨਾਲ ਕਰਨਾ, ਉਹਦੇ ਵਾਸਤੇ ਸਾਨੂੰ ਸਮਝਾਉਂਦੇ ਨੇ, ਜੋ ਤੁਮ ਪ੍ਰੇਮ ਖੇਲਣ ਕਾ ਚਾਓ, ਸਿਰ ਤਲ ਤਲੀ ਗਲੀ ਮੋਰੀ ਆਓ। ਕਹਿੰਦੇ ਆਪਣਾ ਸਿਰ ਤਲੀ ਤੇ ਧਰ ਕੇ ਤਾਂ ਕਹਿੰਦੇ ਮੇਰੇ ਕੋਲ, ਇਹ ਗੁਰੂ ਸਾਹਿਬਾਨ ਲਿਖ ਰਹੇ ਨੇ, ਮੇਰੀ ਗਲੀ ਆਓ ਜੇ ਤੈਨੂੰ ਉਸ ਪਰਮਾਤਮਾ ਨਾਲ ਪ੍ਰੇਮ ਕਰਨ ਦਾ ਚਾਅ ਆ। ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਕਹਿੰਦੇ ਹੁਣ ਇਸ ਮਾਰਗ ਤੇ ਅਗਰ ਆ ਗਿਆ ਤਾਂ ਫਿਰ ਕਹਿੰਦੇ ਤੂੰ ਕੀ ਹੁਣ ਕਰ, ਸਿਰ ਦੇ ਦੇ ਆਪਣਾ, ਉਹ ਸਤਿਗੁਰੂ ਦੇ ਹੁਕਮ ਦੇ ਚੱਲ, ਇਹਦੇ 'ਚ ਹੁਣ ਢਿੱਲ ਮਿੱਠ ਨਾ ਕਰ। ਹੁਣ ਆਪ ਜੀ ਨੇ ਕੀ ਸਾਨੂੰ ਸਮਝਾਇਆ ਸੀਗਾ, ਕਹਾ ਭਇਓ ਜੋ ਤਨ ਭਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪੈ ਤੋਰਾ ਜਨ। ਹੁਣ ਸਾਨੂੰ ਸਮਝਾਉਂਦੇ ਨੇ ਕਿ ਜਿਸ ਦੇ ਅੰਦਰ ਪ੍ਰੇਮ ਪੈਦਾ ਹੋ ਗਿਆ ਉਹ ਕਦੀ ਵੀ ਜਾਣੀ ਕਿ ਇਹ ਇੱਥੇ ਬੈਠਾ ਨਹੀਂ ਬੈਠੂਗਾ, ਉਹ ਆਪਣੇ ਸਰੀਰ ਦਾ ਤਨ ਇੱਕ ਸਕਿੰਟ ਸਵਾਸਾਂ ਦੀ ਪੂੰਜੀ ਰਹੂ, ਉਹਦਾ ਉਹ ਕਹਿੰਦੇ ਇਹ ਕਦਰ ਕਰੂਗਾ। ਹੁਣ ਅੱਗੇ ਸੁਣੋ ਹਜ਼ੂਰ ਸਾਨੂੰ ਅਗਲੀ ਕੜੀ 'ਚ ਕੀ ਸਮਝਾਉਣਾ ਚਾਹੁੰਦੇ ਨੇ। ਤੁਝ ਹੀ ਚਰਨ ਅਰਬਿੰਦ ਭਵਨ ਮਨ, ਪਾਨ ਕਰਤ ਪਇਓ ਰਮਈਆ ਤਨ। ਹੁਣ ਸਾਨੂੰ ਸਮਝਾਉਂਦੇ ਨੇ ਹਜ਼ੂਰ ਕਿ ਇਹ ਤਾਂ ਕਹਿੰਦੀ ਮੇਰੀ ਸਿਚੁਏਸ਼ਨ ਸੀ ਪ੍ਰੇਮ ਦੀ, ਹੁਣ ਕਹਿੰਦੇ ਮੈਂ ਕੀ ਕਰਦਾ, ਮੈਂ ਕਿਸ ਤਰ੍ਹਾਂ ਪ੍ਰਾਪਤ ਕਰ। ਕਹਿੰਦੇ ਤੁਝੇ ਚਰਨ ਅਰਬਿੰਦ ਭਵਨ ਮਨ, ਅਰਬਿੰਦ ਯਾਨੀ ਜਿਹਨੂੰ ਜਿਸ ਦੇ ਉੱਤੇ ਉਹ ਜਿਸ ਤੋਂ ਕਹਿੰਦੇ ਆਜ਼ਾਦ ਹਾਂ, ਅਰਬਿੰਦ ਭਵਨ ਉਹ ਕਿੱਥੋਂ ਆ, ਅਸੀਂ ਸਰੀਰ ਦੇ ਸਾਡੇ ਅੱਖਾਂ ਦੇ ਵਿਚਾਲੇ ਜਿਹੜਾ ਤੀਸਰਾ ਤਲ ਹੈ ਉਸ ਨੂੰ ਅਰਬਿੰਦ ਭਵਨ ਉਹਨੂੰ ਕਿਹਾ ਆ। ਉੱਥੇ ਕੀ ਹੈ, ਉੱਥੇ ਪੂਰਨ ਸੰਤ ਸਤਿਗੁਰੂ ਦੇ ਉੱਥੇ ਚਰਨ ਜਾਂ ਸਰੂਪ ਹੁੰਦਾ। ਹੁਣ ਕਹਿੰਦੇ ਮੈਂ ਉਹਦੇ ਵਿੱਚ ਰਹਿੰਦਾ ਹੋਇਆ, ਨਾ ਕਹਿੰਦੇ ਮੈਨੂੰ ਗ੍ਰਸਥ ਛੱਡਣ ਦੀ ਲੋੜ ਆ, ਨਾ ਮੈਨੂੰ ਕਿਤੇ ਜਾਣ ਦੀ ਲੋੜ ਪਈ, ਤਾਂ ਕਹਿੰਦੇ ਮੈਂ ਘਰ ਬੈਠੇ ਨਹੀਂ ਹੀ, ਉਹ ਕਹਿੰਦੇ ਰਾਮ ਦਾ ਜਿਹੜਾ ਰਾਮ ਮਈਆ ਤਨ, ਉਹ ਕਹਿੰਦੇ ਰਾਮ ਜਿਹੜਾ ਸੀਗਾ ਉਹਨੇ ਆਪਣਾ ਮੈਨੂੰ ਰਾਜ ਹੀ ਦੇ ਦਿੱਤਾ, ਰਮਈਆ ਤਨ, ਉਹਦੇ ਕੋਲ ਜੋ ਕੁਛ ਵੀ ਸਭ ਕੁਛ ਕਹਿੰਦੇ ਮੈਨੂੰ ਉਹਨੇ ਮੈਨੂੰ ਪ੍ਰਗਟ। ਹੁਣ ਪਿਆਰੀ ਸਾਧ ਸੰਗਤ ਜੀ ਇੱਥੇ ਅਸੀਂ ਦੱਸਦੇ, ਅਸੀਂ ਗਾਉਂਦੇ ਹਾਂ ਬਹੁਤ, ਅਸੀਂ ਪੜ੍ਹਦੇ ਹਾਂ, ਇੱਥੇ ਉਹ ਦੱਸਦੇ ਨੇ ਵੀ ਜਿਹੜੇ ਖਾਣ ਪੀਣ ਦੇ ਵਿੱਚ ਉਹਨਾਂ ਨੇ ਪਾਬੰਦੀ ਲਾਈ ਆ ਕਿ ਸਾਦਾ ਖਾਣਾ ਵੈਸ਼ਨੂੰ ਖਾਣਾ, ਉਹਦੇ ਵਾਸਤੇ ਦੱਸਿਆ ਪਾਨ ਕਰਤ ਪਾਇਓ ਰਮਈਆ ਤਨ। ਜਿਹੜੇ ਜੀਵ ਹੁਣ ਹਜ਼ੂਰ ਦੀ ਬਾਣੀ ਨੂੰ ਮੰਨਦੇ ਆ, ਸਮਝਦੇ ਆ, ਅਗਰ ਉਹ ਚਾਹਣ ਕਿ ਅਸੀਂ ਮਾਸ ਅੰਡੇ ਸ਼ਰਾਬ ਮੀਟ ਖਾ ਕੇ ਫਿਰ ਵੀ ਉਸ ਪਰਮਾਤਮਾ ਨੂੰ ਮਿਲ ਲਵਾਂਗੇ, ਉਹਦੇ ਵਾਸਤੇ ਉਹਨਾਂ ਨੇ ਇਹ ਵਰਜਿਤ ਕੀਤਾ ਹੈ, ਉਹ ਨਹੀਂ ਕਰ ਸਕਦੇ। ਨਾ ਸ਼ਰਾਬ ਮਾਸ ਅੰਡੇ ਸਾਰੇ ਵਰਜਿਤ ਹੈ। ਪਾਨ ਕਰਤ ਕਹਿੰਦੇ ਮੈਂ ਸਿਰਫ ਆਪਣਾ ਉਹ ਉਪਜੀਵਕਾ ਵਾਸਤੇ ਖਾਣਾ ਖਾਂਦਾ ਸੀ, ਤਾਂ ਉਹਦੇ ਨਾਲ ਮੈਂ ਕਹਿੰਦੇ ਉਹ ਸਤਿਗੁਰੂ ਦੇ ਹੁਕਮ ਨਾਲ ਚੱਲ ਕੇ ਭਜਨ ਸਿਮਰਨ ਕੀਤਾ, ਤਾਂ ਕਹਿੰਦੇ ਮੈਨੂੰ ਕੀ ਉਹ ਰਾਮ ਨੇ ਆਪਣਾ ਰਾਜ ਹੀ ਦੇ ਦਿੱਤਾ। ਹੁਣ ਅੱਗੇ ਕੀ ਕਹਿੰਦੇ, ਮੋਹ ਕੁਚਲ ਜਾਤ ਕੁਚਲ ਮੈਂ ਬਾਸ। ਕਹਿੰਦੇ ਮੈਂ ਜ਼ਰੂਰ ਨੀਚ ਜਾਤ 'ਚ ਪੈਦਾ ਸੀ, ਪਰ ਕਹਿੰਦੇ ਨੀਚ ਜਾਤ ਦੇ ਵਿੱਚ ਹੀ ਰਹਿੰਦੇ ਆ, ਉਹਨਾਂ ਦੇ ਨਾਲ ਮੇਰਾ ਬਾਸਾ ਵੀ ਉੱਥੇ ਹੀ ਆ। ਭਗਤ ਚਰਨ ਹਰੀ ਚਰਨ ਨਿਵਾਸ। ਕਹਿੰਦੇ ਜਿਹੜੇ ਭਗਤਾਂ ਦੇ ਚਰਨ ਹੁੰਦੇ ਆ ਉਹ ਹਰੀ ਦੇ ਹੀ ਚਰਨ ਹੁੰਦੇ ਆ। ਜਿਹੜਾ ਇਨਸਾਨ ਉਹਨਾਂ ਦੇ ਚਰਨਾਂ ਦੇ ਵਿੱਚ ਜਾਂਦਾ ਹੈ ਉਹ ਪਰਮਾਤਮਾ ਦਾ ਹੀ ਚਰਨਾਂ ਦੇ ਵਿੱਚ ਬੈਠਦਾ। ਭਗਤ ਦਾ ਚਰਨ ਹਰੀ ਦੇ ਹੀ ਚਰਨ ਹੁੰਦੇ ਨੇ। ਕਹਿੰਦੇ ਮੋਹ ਕੁਚਲ ਜਾਤ ਕੁਚਲ ਮੈਂ ਬਾਸ, ਭਗਤ ਚਰਨ ਹਰੀ ਚਰਨ ਨਿਵਾਸ। ਹੁਣ ਇੱਥੇ ਸਾਨੂੰ ਇਹ ਦੱਸਿਆ ਵੀ ਉਹ ਚਰਨਾਂ ਦਾ। ਹੁਣ ਦੱਸੇ ਤੁਹਾਨੂੰ ਪ੍ਰੇਮ ਪੰਥ ਕੀ ਪਾਲਕੀ। ਜਦੋਂ ਕਹਿੰਦੇ ਚਰਨਾਂ ਤੇ ਉੱਥੇ ਉਹ ਪ੍ਰੇਮ ਪੰਥ ਦੀ ਪਾਲਕੀ ਹੈ। ਰਵਿਦਾਸ ਬੈਠੇ ਆਏ, ਉਹ ਕਹਿੰਦੇ ਅਰਬਿੰਦ ਭਵਨ ਮਨ, ਉੱਥੇ ਕੋਈ ਬੰਧਨ ਨਹੀਂ ਹੈ, ਉੱਥੇ ਕਹਿੰਦੇ ਮੈਂ ਆ ਪਹੁੰਚ ਗਿਆ। ਹੁਣ ਅੱਗੇ ਤੁਹਾਨੂੰ ਦੱਸਦੇ ਨੇ ਕਿ ਬਾਪਰੇ ਸਤ ਰਹਿਦਾਸ ਕਹੇ ਰੇ। ਕਹਿੰਦੇ ਮੈਂ ਸੱਚ ਤੁਹਾਨੂੰ ਕਹਿੰਦਾ, ਗਿਆਨ ਵਿਚਾਰ ਚਰਨ ਚਿੱਤ ਲਾਓ। ਕਹਿੰਦੇ ਇਹ ਗੱਲਾਂ ਦਾ ਮਜਬੂਰ ਨਹੀਂ ਹੈ, ਉਹ ਗਿਆਨ ਜਿਹੜਾ ਗੁਰੂ ਤੋਂ ਮਿਲਿਆ ਉਹਦੇ ਨਾਲ ਕਹਿੰਦੇ ਵਿਚਾਰੋ, ਉਹਨੂੰ ਗਿਆਨ ਲਓ ਫਿਰ ਉਹਨੂੰ ਵਿਚਾਰੋ ਬਿਲਾ ਨਾਗਾ ਰੋਜ਼। ਤੁਸੀਂ ਉਸ ਦੇ ਉੱਤੇ ਉਹ ਜੋ ਹੁਕਮ ਮਿਲਿਆ ਉਸ ਦੇ ਉੱਤੇ ਚੱਲੋ। ਕਹਿੰਦੇ ਚਰਨ ਚਿੱਤ ਲਾਓ। ਚਰਨ ਕਿੱਥੇ ਆ?
ਇਹ ਤੀਸਰੇ ਤਿਲ ਤੇ ਕਹਿੰਦੇ ਇੱਥੇ ਲਿਆ ਕੇ ਉਹ ਨਾ ਚਿੱਤ ਲਾਓ, ਹਰ ਕੇ ਸ਼ਰਨ ਰਹੇ ਰੇ, ਉਹ ਉੱਥੇ ਹਰੀ ਦੇ ਸ਼ਰਨ, ਫੇਰ ਕਹਿੰਦੇ ਉਹ ਹਰੀ ਦੀ ਸ਼ਰਨ 'ਚ ਤੁਸੀਂ ਬੈਠੇ ਆ। ਹੁਣ ਪਿਆਰੀ ਸਾਧ ਸੰਗਤ ਜੀ, ਇਹ ਤਾਂ ਸਾਨੂੰ ਹਜ਼ੂਰ ਨੇ ਦੱਸ ਦਿੱਤਾ, ਅਸੀਂ ਹਰੀ ਦੀ ਸ਼ਰਨ 'ਚ ਬੈਠੇ ਆ। ਹੁਣ ਇੱਥੇ ਸਾਨੂੰ ਕਹਿੰਦੇ ਨਾਨਕ ਦੇਵ ਜੀ ਨੇ, ਗੁਰੂ ਨਾਨਕ ਦੇਵ ਜੀ ਸਾਨੂੰ ਕਹਿੰਦੇ, ਨਾਨਕ ਸਤਿਗੁਰੂ ਭੇਟੀਏ। ਕਹਿੰਦੇ ਵੀ ਇੱਦਾਂ ਨਾ ਆਪਣੀ ਮਨਮਤ ਨਾ ਕੁਛ ਵੀ ਕਰੋ, ਕਹਿੰਦੇ ਸਤਿਗੁਰੂ ਤੋਂ ਉਪਦੇਸ਼ ਲੈ ਕੇ ਫਿਰ ਕਹਿੰਦੇ ਤੁਸੀਂ ਉਹਦੇ ਉਪਦੇਸ਼ ਤੇ ਚੱਲੋ। ਨਾਨਕ ਸਤਿਗੁਰੂ ਭੇਟੀਏ ਪੂਰੀ ਹੋਵੇ ਜੁਗਤ। ਕਿਹੜੀ ਜੁਗਤ? ਇੱਥੋਂ ਲੈ ਕੇ ਪ੍ਰਮਾਤਮਾ ਨੂੰ ਮਿਲਣ ਦਾ ਜਿਹੜਾ ਗੁਣ, ਉਹ ਤਰੀਕਾ, ਉਹ ਜੁਗਤ, ਉਹ ਕਹਿੰਦੇ ਫੇਰ ਪੂਰੀ ਹੋਊਗੀ। ਨਹੀਂ ਤਾਂ ਕਹਿੰਦੇ ਅਧੂਰੀ ਕੀ ਆ, ਅਸੀਂ 84 'ਚ ਤੁਰੇ ਫਿਰਦੇ ਆ, ਇੱਥੋਂ ਸਾਨੂੰ ਫਿਰ ਛਡਾਉਣ ਵਾਲਾ ਕੋਈ ਨਹੀਂ। ਨਾਨਕ ਸਤਿਗੁਰੂ ਭੇਟੀਏ ਪੂਰੀ ਹੋਏ ਜੁਗਤ, ਖਵੰਦਿਆਂ ਕਹਿੰਦੇ ਹਸੰਦਿਆਂ ਪਹਿਨੰਦਿਆਂ ਤੇ ਕਹਿੰਦੇ ਖੇਲੰਦਿਆਂ ਵਿੱਚੇ ਹੀ ਹੋਏ ਮੁਕਤ। ਜੋ ਵੀ ਕਾਰਜ ਕਰਦੇ ਹੋ ਤੁਸੀਂ ਆਪਣੀ ਗ੍ਰਸਥ ਜੀਵਨ 'ਚ ਰਹਿ ਕੇ ਕਰਦੇ ਹੋ, ਉਹਦੇ 'ਚ ਕਹਿੰਦੇ ਤੁਹਾਨੂੰ ਘਰ ਛੱਡ ਕੇ ਜਾਣ ਦੀ ਲੋੜ ਨਹੀਂ ਹੈ। ਕਹਿੰਦੇ ਕਿਉਂ? ਕਹਿੰਦੇ ਇਹ ਜਿਹੜਾ ਗੁਰੂ ਦਾ ਭੇਟਣਾ, ਗੁਰੂ ਨੂੰ ਭੇਟਣਾ, ਗੁਰੂ ਦੇ ਉਪਦੇਸ਼ ਤੇ ਚੱਲਣਾ, ਇਹਦੇ ਵਿੱਚ ਸਾਰਾ ਹੀ ਕਹਿੰਦੇ ਉਹ ਤੁਹਾਨੂੰ ਸਤਪੁਰਸ਼ ਦਾ ਜੋ ਹੈ ਉਹ ਫਲ ਮਿਲ ਜਾਊਗਾ। ਹੁਣ ਇੱਥੇ ਸਾਨੂੰ ਦੱਸਦੇ ਆ ਕਈ ਜੀਵ ਇੱਥੇ ਦੁਨੀਆ ਤੇ ਬੈਠੇ ਆ, ਉਹ ਸਤਿਗੁਰੂ ਦੇ ਤਾਂ ਕੋਲ ਨਹੀਂ ਜਾਣਾ ਚਾਹੁੰਦੇ। ਉਹ ਫਿਰ ਕੀ ਉਹਨਾਂ ਦੇ ਨਾਲ ਹੁੰਦਾ? ਖਾਤ ਪੀਤ ਖੇਲਤ ਵਿਸਥਾਰ। ਕਹਿੰਦੇ ਤੂੰ ਖਾ ਲਿਆ ਬੜੇ ਆਨੰਦ ਨਾਲ, ਜੋ ਤੇਰੇ ਦਿਲ 'ਚ ਆਉਂਦਾ ਖਾਦਾ, ਫਿਰ ਕਹਿੰਦੇ ਜੋ ਤੇਰੇ ਦਿਲ 'ਚ ਆਇਆ ਤੂੰ ਪੀਤਾ। ਇੱਥੇ ਆ ਕੇ ਜੋ ਦੁਨੀਆ ਦੇ ਰੰਗ ਤਮਾਸ਼ੇ ਉਹਨਾਂ ਦੇ ਵਿੱਚ ਤੂੰ ਖੇਲਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰੇ ਖੇਲੇ ਵਿਸਥਾਰ। ਕਹਿੰਦੇ ਤੂੰ ਇਹ ਜਿਹੜੀ ਲੋਭ ਦੇ ਪਿੱਛੇ ਲਾ ਕੇ ਇੱਥੇ ਆ ਕੇ ਮਾਇਆ ਦਾ ਧਨ ਇਕੱਠਾ ਕੀਤਾ, ਤਾਂ ਜਾਂ ਕਾਮ ਤੋਂ ਉਤਪਤ ਕੀਤੇ ਜਿੰਨੇ ਵੀ ਤੂੰ ਵਸਤੂ ਪੈਦਾ ਕੀਤੀਆਂ, ਇਹ ਸਾਰਿਆਂ ਦੇ ਕਹਿੰਦੇ ਤੂੰ ਵਧਾਣ ਕਰ, ਵਿਸਥਾਰ ਕਹਿੰਦੇ ਵਧਾ ਲਿਆ। ਕਹਿੰਦੇ ਕਵਣ ਅਰਥ, ਕਹਿੰਦੇ ਕਿਸ ਅਰਥ ਆਊਗਾ? ਮਿਰਤਕ ਸ਼ਿੰਗਾਰ। ਹੁਣ ਇਹ ਤਾਂ ਹੈ ਨਹੀਂ ਵੀ ਸਾਡੀ ਹਾਲੇ ਸਾਰੀ ਉਮਰ ਪਈ ਆ, ਅਸੀਂ ਬਹੁਤ ਜ਼ਿਆਦਾ ਹੱਦ ਅਸੀਂ ਉਮਰ ਆਪਣੀ ਬਿਤਾ ਕੇ ਇਹ ਚੀਜ਼ਾਂ ਪ੍ਰਾਪਤ ਕਰਦੇ ਆ। ਹੁਣ ਅਗਰ 60 ਸਾਲ ਦੀ 50 ਸਾਲ ਦੀ ਉਮਰ ਹੋ ਜਾਵੇ, ਅਸੀਂ ਕਹਿੰਦੇ ਆ ਵੀ 50 ਸਾਲ ਦੀ ਉਮਰ ਸਾਡੀ ਹੋ ਗਈ, ਪਰ ਇਹ ਉਹ ਕਹਿੰਦੇ ਆ ਵੀ ਇਹ ਜਿਹੜੀ 50 ਸਾਲ ਦੀ ਤੇਰੀ ਉਮਰ ਮਰ ਗਈ ਆ, ਇਹ ਵਾਪਸ ਨਹੀਂ ਆਉਣੀ। ਉਹ ਕਹਿੰਦੇ ਹੁਣ ਬਾਕੀ ਜਿਹੜੀ ਕਹਿੰਦੇ ਤੂੰ ਮਰ ਜਾਣਾ ਜਾਂ ਤੇਰੀ ਟਾਈਮ ਆ ਗਿਆ ਇੱਥੋਂ ਜਾਣ ਦਾ, ਤੂੰ ਹਾਰ ਸ਼ਿੰਗਾਰ ਇਤਨੇ ਲਾਉਣਾ, ਇਤਨੇ ਬਣਾਉਣਾ। ਇਹ ਕਹਿੰਦੇ ਮਿਰਤਕ ਦੇ ਅੱਗੇ ਤਾਂ ਕਹਿੰਦੇ ਹੁਣ ਅੱਧੀ ਤਾਂ ਮਰੀ ਹੋਈ ਆ, ਅੱਧੀ ਕਹਿੰਦੇ ਜਿਹੜੀ ਬਾਕੀ ਆ, ਜੇ ਇਹਦੇ ਉੱਤੇ ਸ਼ਿੰਗਾਰ ਲਾਉਣ ਦਾ ਤੈਨੂੰ ਕੀ ਫਾਇਦਾ ਹੋਊ। ਹੁਣ ਇਸੇ ਵਾਸਤੇ ਸਾਨੂੰ ਸਮਝਾਇਆ ਸੀ ਗੁਰੂ ਸਾਹਿਬਾਨ ਨੇ ਕਿ ਜੋ ਵੀ ਦੁਨੀਆ ਦੇ ਵਿੱਚ ਇੱਥੇ ਆਏ ਨੇ, ਉਹ ਆਪਣੀ ਮਨ ਬੁੱਧੀ ਨਾਲ ਜੋ ਕੁਝ ਕਰਦੇ ਨੇ, ਉਹ ਕਹਿੰਦੇ ਉਹਨਾਂ ਵਾਸਤੇ ਕੀ ਦੱਸਦੇ, ਤੁਝੇ ਚਰਨ ਅਰਬਿੰਦ ਭਵਨ ਮਨ ਪਾਨ ਕਰਤ ਪਾਇਓ ਰਮਈਆ ਧਨ। ਇਹ ਕਹਿੰਦੇ ਉਸ ਤਰ੍ਹਾਂ ਫਿਰ ਇਹ ਪਾ ਲੈਣ। ਇਹ ਰਮਈਆ ਧਨ ਜਿਹੜਾ ਹੈਗਾ, ਇਸ ਜਾਣੀ ਕਿ ਜੇ ਅਸੀਂ ਕਹੀਏ ਸੌਖਾ ਮਿਲ ਜਾਂਦਾ, ਇਹ ਬੜਾ ਜਿਤਨਾ ਅਸੀਂ ਦੁਨੀਆ ਦੇ ਵਿੱਚ ਕਾਰਜ ਕਰਕੇ ਪੈਸਾ ਕਮਾਉਂਦੇ ਆ, ਇਸੇ ਤਰ੍ਹਾਂ ਕਹਿੰਦੇ ਇਹ ਜਿਹੜਾ ਰਮਈਆ ਧਨ ਪ੍ਰਾਪਤ ਕਰਨਾ ਹੁੰਦਾ, ਇਹ ਵੀ ਇਸ ਤਰ੍ਹਾਂ ਹੀ ਜਾਣੀ ਕਿ ਪੂਰੀ ਮਿਹਨਤ ਨਾ ਕਰਨਾ ਦਾ। ਸਾਨੂੰ ਗੁਰੂ ਘਰ ਦੀ ਬਾਣੀ ਆ, ਆਪ ਜੀ ਕੀ ਲਿਖਦੇ ਨੇ ਉਹਦੇ ਵਿੱਚ? ਕਹਿੰਦੇ ਹਾਥੀ ਸਿਰਜਿਓ ਅੰਕਸ ਹੈ, ਜਿਹੜੇ ਗੁਰੂ ਦਾ ਗਿਆਨ ਲੈ ਲਿਆ, ਫਿਰ ਕਹਿੰਦੇ ਹਾਥੀ ਸਿਰਜਿਓ ਅੰਕਸ ਹੈ, ਅਹਰਣ ਸਿਰਜਿਓ ਦੇ। ਕਹਿੰਦੇ ਤਨ ਮਨ ਅੱਗੇ ਰੱਖ ਕੇ ਉਂਭੀ ਸੇਵ ਕਰੇ। ਕਹਿੰਦੇ ਇਹ ਫਿਰ ਕਹਿੰਦੇ ਉਹ ਗੁਰੂ ਦੇ ਹੁਕਮ ਤੇ ਚੱਲੋ, ਤਨ ਮਨ ਉਹਦੇ ਕਰੇ, ਜਿਹੜਾ ਮਨ ਹੈ ਇਹਦੇ ਉੱਤੇ ਹਰ ਵੇਲੇ ਗੁਰੂ ਦਾ ਜਿਹੜਾ ਗਿਆਨ ਹੈ ਉਹਦਾ ਅੰਕਸ ਉਹਦੇ ਤੇ ਲਾਈ ਰੱਖੋ, ਫਿਰ ਕਹਿੰਦੇ ਬਚੋ। ਅੱਗੇ ਕਹਿੰਦੇ ਇਉਂ ਸਤਿਗੁਰੂ ਆਪ ਨਮਾਜਿਆ। ਫਿਰ ਕਹਿੰਦੇ ਸਤਿਗੁਰੂ ਤੈਨੂੰ ਆਪ ਯਾਨੀ ਕਿ ਤੈਨੂੰ ਤੋਹਫਾ ਦਊ, ਇਉਂ ਸਤਿਗੁਰੂ ਆਪ ਨਵਾਜਿਆ। ਕਹਿੰਦੇ ਰਾਜ ਸ੍ਰਿਸ਼ਟ ਕਾਲੇ, ਸਾਰੀ ਸ੍ਰਿਸ਼ਟੀ ਦਾ ਕਹਿੰਦੇ ਤੈਨੂੰ ਉਸ ਵੇਲੇ ਰਾਜ ਮਿਲ ਜਾਊ। ਕਦੋਂ? ਜਦੋਂ ਅਸੀਂ ਕਹਿੰਦੇ ਪੂਰਨ ਸੰਤ ਸਤਿਗੁਰੂ ਦੀ ਸ਼ਰਨ 'ਚ ਜਾ ਕੇ ਫਿਰ ਉਹਦੇ ਉੱਤੇ ਚੱਲਾਂਗੇ, ਤਾਂ ਫਿਰ ਕਹਿੰਦੇ ਪਾਇਓ ਰਮਈਆ ਧਨ। ਤਾਂ ਕਹਿੰਦੇ ਫਿਰ ਹੁਣ ਅੱਗੇ ਸੁਣੋ ਹਜ਼ੂਰ ਸਾਨੂੰ ਅਗਲੀ ਕੜੀਆਂ ਦੇ ਵਿੱਚ ਕੀ ਸਮਝਾਉਂਦੇ ਨੇ, ਤੇ ਫਿਰ ਦੇਖਦੇ। ਸੰਸਪੈਤ ਬਬਿਤ ਪਟਲ ਮਾਇਆ ਧਨ
ਤਾਂ ਮੈਂ ਮਗਨ ਹੋਤ ਨਾ ਤੋਰੋ ਜਨ। ਹੁਣ ਪਿਆਰੀ ਸਾਧ ਸੰਗਤ ਜੀ ਸਾਨੂੰ ਸਮਝਾਉਂਦੇ ਨੇ ਬਈ ਇਹ ਅਲੱਗ-ਅਲੱਗ ਜਾਣੀ ਕੜੀਆਂ 'ਚ ਸਮਝਾਉਂਦੇ ਨੇ। ਇੱਥੇ ਦੁਨੀਆ ਦੇ ਜੀਵ ਜਿਹੜੇ ਹੈਗੇ ਨੇ, ਇੱਥੇ ਜਿਹੜੀ ਦੁਨੀਆ ਦੇ ਜੀਵਾਂ ਨੂੰ ਫਸਾਉਣ ਵਾਸਤੇ ਜਿਹੜੀ ਚੀਜ਼ਾਂ ਬਣਾਈਆਂ ਹੋਣ, ਉਹ ਕਹਿੰਦੇ ਹਜ਼ੂਰ ਕਹਿੰਦੇ ਸੰਪਤ ਵਿਪਤ, ਕਹਿੰਦੇ ਸੰਪत्ति ਇਕੱਠੀ ਕਰਦੇ ਆ, ਵਿਪਤ ਮਤਲਬ ਇਹ ਉਹ ਹੀ ਦੁੱਖ ਦਾ ਕਾਰਨ ਹੈ। ਫਿਰ ਕਹਿੰਦੇ ਪਲਟ, ਇੱਕ ਕਹਿੰਦੇ ਘੂੰਗਟ ਦੇ ਪਿੱਛੇ ਵੀ ਚੀਜ਼ ਆ, ਉਹ ਕਹਿੰਦੇ ਕਿਹੜੀ ਮਾਇਆ, ਮਾਇਆ ਧਨ। ਅਸੀਂ ਜਿਹੜੇ ਕਾਮ ਦੇ ਵਿੱਚ ਆਉਂਦੇ ਹਾਂ, ਸ਼ਾਦੀशुदा ਇੰਡੀਆ ਦੇ ਵਿੱਚ ਇਹ ਜਾਣੀ ਕਿ ਹਿੰਦੁਸਤਾਨ ਦੀ ਕਹਾਵਤ ਆ, ਭਾਰਤ ਦੀ ਕਹਾਵਤ। ਉਹ ਜਦੋਂ ਵੀ ਆਉਂਦੀ ਸੀ ਘੂੰਗਟ, ਜਿਹਨੂੰ ਝੁੰਡ ਕਹਿੰਦੇ ਹੁੰਦੇ ਸੀ, ਝੁੰਡ ਕੱਢ ਕੇ ਉਹ ਮਾਇਆ ਨੂੰ ਲੈ ਕੇ ਆਉਂਦੇ ਸੀ, ਇਸਤਰੀ ਨੂੰ। ਉਹ ਕਹਿੰਦੇ ਮਾਇਆ ਧਨ, ਇਹ ਕਹਿੰਦੇ ਸੰਪਤ ਵਿਪਤ ਪਲਟ ਮਾਇਆ ਧਨ। ਮੈਂ ਕਹਿੰਦੇ ਇਹ ਜਿਹੜੀਆਂ ਜਿੰਨੀਆਂ ਵੀ ਚੀਜ਼ਾਂ ਇੱਥੇ ਦੁਨੀਆ 'ਚ ਇਸ ਜੀਵ ਆਤਮਾ ਨੂੰ ਫਸਾਉਣ ਵਾਸਤੇ ਹਨ, ਹਜ਼ੂਰ ਕਹਿੰਦੇ ਕੀ ਕਹਿੰਦੇ, ਤਾਂ ਮੈਂ ਮਗਨ ਹੋਤ ਨਹੀਂ ਤੋਰਾ ਜਾਨਾ। ਕਹਿੰਦੇ ਉਹਦੇ ਵਿੱਚ ਕਹਿੰਦੇ ਮੈਂ ਉਹਦੇ 'ਚ ਮਗਨ ਨਹੀਂ ਹੁੰਦਾ, ਮੈਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਉਹਨੂੰ ਇਸਤੇਮਾਲ ਕਰਨ ਵਿੱਚ ਜਾਣੀ ਕਿ ਮੋਹ ਨਹੀਂ ਕਰਦਾ। ਹੁਣ ਅੱਗੇ ਸਾਨੂੰ ਕਹਿੰਦੇ ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾਂ। ਸਾਰਾ ਜਗਤ ਹੀ ਕਹਿੰਦੇ ਇਹ ਮੋਹ ਪਟਲ 'ਚ ਬੈਠਾ, ਜਾਣੀ ਕਿ ਮੋਹ ਪੜਦਾ ਹੈ ਇੱਕ, ਉਹਦੇ ਵਿੱਚ ਫਿਰ ਸਭ ਜਗਤ ਵਿਆਪਿਓ, ਸਾਰੇ ਜਗਤ ਨੂੰ ਇਹ ਚੀਜ਼ ਨੇ ਜਾਣੀ ਕਿ ਦੁਖੀ ਕਰ ਰੱਖਿਆ। ਭਗਤ ਨਹੀਂ ਸੰਤਾਪਾਂ, ਉਹਦੇ ਅੰਦਰ ਉਹ ਜੀਵ ਦੇ ਅੰਦਰ ਉਹਨਾਂ ਚਿਰ ਭਗਤੀ ਪ੍ਰਾਪਤ ਨਹੀਂ ਕਰ ਸਕਦਾ, ਜਾਂ ਭਗਤੀ ਵਾਲੇ ਪਾਸੇ ਨੂੰ ਉਹ ਸੋਚ ਨਹੀਂ ਸਕਦਾ। ਹੁਣ ਸਾਨੂੰ ਅੱਗੇ ਸਮਝਾਉਂਦੇ ਨੇ ਹਜ਼ੂਰ, ਮਾਇਆ ਦੀਪਕ ਦੇਖ ਕਰ ਨਰ ਪਤੰਗ ਅਧਿਆਏ। ਕਹਿੰਦੇ ਰਵਿਦਾਸ ਗੁਰੂ ਕੇ ਗਿਆਨ ਬਿਨ, ਕਹਿੰਦੇ ਬਿਰਲਾ ਕੋਈ ਬਚ ਪਾਏ। ਕਹਿੰਦੇ ਗੁਰੂ ਦਾ ਗਿਆਨ ਜਿਤਨਾ ਦੇਰ ਤੁਸੀਂ ਨਹੀਂ ਲਓਗੇ ਤਾਂ ਕਹਿੰਦੇ ਕੋਈ ਬਿਰਲਾ ਗਿਆਨ ਵੀ ਉਹ ਕਿਸੇ ਬਿਰਲੇ ਨੂੰ ਮਿਲੂਗਾ, ਪ੍ਰਾਪਤ ਕਰੂ ਜਿਹਦੀ ਰੂਹ ਕਰਦੇ। ਸਾਡੇ ਕੋਲ ਟਾਈਮ ਹੀ ਨਹੀਂ ਹੈ ਇਹਨਾਂ ਸਤਿਗੁਰੂ ਦੇ ਚਰਨਾਂ 'ਤੇ, ਜਾਣੀ ਕਿ ਸਤਿਗੁਰੂ ਕੋਲੋਂ ਗਿਆਨ ਲੈਣ ਦਾ। ਫਿਰ ਕਹਿੰਦੇ ਇਹ ਕਿ ਮਾਇਆ ਦੀਪਕ, ਜਿਹੜੀ ਮਾਇਆ ਦਾ ਦੀਪਕ ਹੈ, ਇਹ ਮਾਇਆ ਚਾਰ ਛਪੇਰੇ ਦਿਖਾਏ, ਇਹਨੂੰ ਤਾਂ ਦੇਖ ਕੇ ਕਹਿੰਦੇ ਨਰ ਇਨਸਾਨ ਜਾਂ ਔਰਤ ਜਾਂ ਮਰਦ ਇਹ ਕਹਿੰਦੇ ਇੱਕ ਦੂਸਰੇ 'ਤੇ ਇਸ ਅੰਨੇ ਹੋ ਜਾਂਦੇ ਨੇ। ਕਹਿੰਦੇ ਮਾਇਆ ਦੀਪਕ ਭੇਖ ਕਰ ਨਰ ਪਤੰਗ ਅਧਿਆਏ ਰਵਿਦਾਸ ਗੁਰੂ ਕਾ ਗਿਆਨ ਬਿਨ ਬਿਰਲਾ ਕੋਈ ਬਚ ਪਾਏ। ਇਹ ਸਾਨੂੰ ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਸਮਝਾਉਂਦੇ ਨੇ। ਹੁਣ ਸਾਨੂੰ ਕੀ ਦੱਸੇ, ਕਦੀ ਵੀ ਤੁਸੀਂ ਕਹਿੰਦੇ ਐਸੀ ਜਿਹੇ ਜੀਵਾਂ ਦੀ ਸੰਗਤ ਨਹੀਂ ਕਰਨੀ ਜਿਹੜੇ ਆਪ ਕੁਰੰਗ, ਜਾਣੀ ਕਿ ਉਹ ਕਹਿੰਦੇ ਉਹ ਜਿਹਨੂੰ ਅਸੀਂ ਸੋਚਦੇ ਹਾਂ ਕਿ ਇਹ ਗਲਤ ਕੰਮ ਕਰ ਰਿਹਾ ਹੈ, ਮਾਇਆ ਦੇ ਰੂਪ ਦੇ ਵਿੱਚ ਬਦਲਿਆ ਹੋਇਆ, ਉਹ ਸੰਤ ਮਹਾਤਮਾ ਸਾਨੂੰ ਵਰਜਿਤ ਕਰਦੇ ਨੇ। ਉਹਨੂੰ ਕੀ ਅਸੀਂ ਕਹਿੰਦੇ ਸਾਕਤ ਪੁਰਸ਼। ਕਹਿੰਦੇ ਕਬੀਰ ਕੁਸੰਗ ਨਾ ਕੀਜੀਏ ਲੋਹਾ ਜਲ ਨਾ ਤਰਾਏ। ਜੇ ਭਾਈ ਤੁਸੀਂ ਪਾਰ ਬ੍ਰਹਮ ਜਾਣਾ ਚਾਹੁੰਦੇ ਆ, ਇਹ ਦੁਨੀਆ ਦੇ ਵਿੱਚ ਜਿਹੜੇ ਕੁਸੰਗ ਆ, ਇਹ ਕਾਮ ਕ੍ਰੋਧ, ਇਹ ਸਾਰੇ ਕੁਸੰਗ ਹੈ, ਇਹਨਾਂ ਦਾ ਕਹਿੰਦੇ ਸੰਗ ਨਾ ਕਰੋ। ਕਹਿੰਦੇ ਇਹ ਲੋਹੇ ਦੀ ਤਰ੍ਹਾਂ ਭਾਰੇ ਨੇ, ਇਹ ਤੁਹਾਨੂੰ ਪਾਰ ਨਹੀਂ ਲਿਜਾਣਗੇ। ਇੱਥੇ ਹੁਣ ਕੁਸੰਗ ਸਾਨੂੰ ਕਿਸ ਤਰ੍ਹਾਂ ਵੀ ਹੋ ਜਾਂਦਾ, ਜਿਸ ਲਈ ਅਸੀਂ ਕਹਿੰਦੇ ਸੰਗਤ ਕਰਨੀ ਉਸ ਗੁਰੂ ਦੀ, ਉਸ ਦੀ ਸੰਗਤ ਕਰੋ ਜਿਹੜਾ ਤੁਹਾਨੂੰ ਪਾਰ ਬ੍ਰਹਮ ਦਾ ਪੂਰਾ ਭੇਤ ਦਿੰਦਾ ਹੋਵੇ। ਹੁਣ ਅੱਗੇ ਕੀ ਸਮਝਾਉਂਦੇ ਨੇ, ਮਨ ਮੁਰੀਦ ਸੰਸਾਰ ਹੈ। ਇਹ ਕਹਿੰਦੇ ਸਾਰਾ ਹੀ ਜਿਹੜਾ ਸੰਸਾਰ ਹੈ ਇਹ ਮਨ ਦੇ ਮਗਰ ਲੱਗਾ ਹੋਇਆ ਹੈ। ਮਨ ਮੁਰੀਦ ਸੰਸਾਰ ਹੈ, ਜਿੱਦਾਂ ਉੱਪਰ ਦੱਸਿਆ ਸੀ ਨਾ ਕਿ ਅਸੀਂ ਜਿਹੜੇ ਦੁਨੀਆ ਦੇ ਜੀਵ ਹੈ ਇਸ ਮਨ ਦੇ ਮਗਰ ਲੱਗ ਕੇ ਇਸ ਦੁਨੀਆ ਦੇ ਵਿੱਚ ਫਸੇ ਹੋ। ਮਨ ਮੁਰੀਦ ਸੰਸਾਰ ਹੈ, ਗੁਰੂ ਮੁਰੀਦ ਕੋਈ ਸਾਧ। ਜਿਹੜੇ ਗੁਰੂ ਦੀ ਜਾਣੀ ਕਿ ਉਪਦੇਸ਼ ਤੇ ਚੱਲਣਗੇ ਉਹ ਕਹਿੰਦੇ ਸਾਧ ਬਣ ਜਾਣਗੇ। ਕਹਿੰਦੇ ਮਨ ਮੁਰੀਦ ਸੰਸਾਰ ਹੈ, ਗੁਰੂ ਮੁਰੀਦ ਕੋਈ ਸਾਧ, ਉਹ ਸਾਧੂ ਬਣ ਜਾਣਗੇ ਜਿਹੜੇ ਗੁਰੂ ਦੀ ਸਿੱਖਿਆ ਤੇ ਚੱਲੇ। ਕਹਿੰਦੇ ਜੋ ਮਾਨੇ ਗੁਰੂ ਬਚਨ ਕੋ ਤਾਂ ਕਾ ਮਤਾ ਅਖਾਦ। ਜਿਹੜਾ ਉਸ ਗੁਰੂ ਦੇ ਬਚਨਾਂ ਤੇ ਚੱਲਦਾ ਹੈ ਉਹਦਾ ਕਹਿੰਦੇ ਬੇਅੰਤ ਜਾਣੀ ਕਿ ਖਿਆਲ, ਉਹ ਉੱਤਮ ਤੋਂ ਉੱਤਮ ਜਾਣੀ ਕਿ ਉਹ ਖਿਆਲ ਹੈ। ਹੁਣ ਸਾਨੂੰ ਕੀ ਸਮਝਾਇਆ ਸੀਗਾ ਉਹ ਹਜ਼ੂਰ ਨੇ ਆਪਣੀ ਕੜੀ 'ਚ, ਸੰਪਤ ਵਿਪਤ ਪਟਲ ਮਾਇਆ ਧਨ
ਤਾਂ ਮੈਂ ਮਗਨ ਹੋਤ ਨਹੀਂ ਤੋਰਾ ਜਨ। ਇਹ ਸਿੱਧੀ ਕੜੀ ਆ ਵੀ ਮੈਂ ਉਹਦੇ ਵਿੱਚ ਨਹੀਂ ਮਗਨ ਹੋਇਆ, ਮਤਲਬ ਉਹਦੇ 'ਚ ਮੈਂ ਮੋਹ ਨਹੀਂ ਪਾਇਆ। ਪਰ ਕਿਹੜੇ 'ਚ? ਜਿੱਥੇ ਕਹਿੰਦੇ ਇਹ ਪੈਸਾ ਧਨ ਅਸੀਂ ਮਾਇਆ ਦੇ ਮਗਰ ਲੱਗੇ ਹੋਏ ਆ, ਮੋਹ ਦੇ ਮਗਰ ਲੱਗੇ ਹੋਏ ਆ, ਦੁਨੀਆ ਦੇ ਰੰਗ ਤਮਾਸ਼ੇ ਇਕੱਠੇ ਕਰਨ ਲੱਗੇ ਹੋ। ਤੇ ਹੁਣ ਸਾਨੂੰ ਅਗਲੀ ਕੜੀ 'ਚ ਸੁਣੋ ਹਜ਼ੂਰ ਸਾਨੂੰ ਕੀ ਸਮਝਾਉਂਦੇ। प्रेम की जेवरी बांधो तोरो जन, कहो रविदास छुट बो कवन गुण। ਹੁਣ ਸਾਨੂੰ ਸਮਝਾਉਂਦੇ ਵੀ ਇਹ ਸਾਰੀ ਸ੍ਰਿਸ਼ਟੀ ਤੇ ਜਿੰਨੀ ਆਹ ਮਾਤ ਲੋਕ ਹੈ, ਜਿਹੜਾ ਸਰੀਰ ਜਾਨੀ ਕਿ ਇਹ ਧਰਤੀ ਹੈ, ਇਹਦੇ ਤੇ ਕਹਿੰਦੇ ਸਾਰੇ ਹੀ ਬੱਝੇ ਹੋਏ ਨੇ। ਕਾਹਦੇ? ਪ੍ਰੇਮ ਦੀ ਜੇਵਰੀ 'ਚ। ਪ੍ਰੇਮ ਦੀ ਜੇਵਰੀ ਕਿਹੜੀ ਹੋਈ ਆ? ਉਹ ਮਾਇਆ ਦੇ ਪ੍ਰੇਮ ਦੇ ਵਿੱਚ ਬੱਝੇ ਪਏ ਨੇ, ਜਿਹਦਾ ਪਿੱਛੇ ਵੀ ਅਸੀਂ ਵਿਚਾਰ ਕਰਕੇ ਆਏ ਆ। ਕਹਿੰਦੇ ਉਹ ਸਰ ਪ੍ਰੇਮ ਕੀ ਜੇਵਰੀ ਬਾਂਧੋ ਤੋਰਾ ਜਨ। ਇਹ ਜਿੰਨੇ ਵੀ ਤੇਰੇ ਜੀਵ ਆ ਇੱਥੇ ਸਾਰੇ ਕਹਿੰਦੇ ਪ੍ਰੇਮ ਦੀ ਜੇਵਰੀ 'ਚ ਬੰਨਿਓ ਆ, ਉਹ ਜੰਜੀਰ 'ਚ ਬੰਨਿਓ, ਉਹ ਮਾਇਆ ਨੇ ਜਿਹੜੇ ਉਹਨੇ ਬੰਨਿਓ ਆ। ਕਹੋ ਰਵਿਦਾਸ ਛੁੱਟਿਓ ਕਵਨ ਗੁਣ। ਕੋਈ ਕਹਿੰਦੇ ਉਹ ਵਿਚਾਰ ਦੱਸੋ, ਉਹ ਤੁਸੀਂ ਗਿਆਨ ਦਿਓ ਜਿਹਦੇ ਨਾਲ ਇਹ ਕਹਿੰਦੇ ਪ੍ਰੇਮ ਦੀ ਜੇਵਰੀ ਤੋਂ ਇਹ ਜੀਵ ਛੁੱਟ ਜਾਵੇ। ਹੁਣ ਸਾਨੂੰ ਅੱਗੇ ਸਮਝਾਉਂਦੇ ਨੇ, ਇਹ ਹਜ਼ੂਰ ਦੀ ਆਪਣੀ ਬਾਣੀ ਹੈ, ਕਿਸੇ ਹੋਰ ਜਾਨੀ ਕਿ ਸ਼ਬਦ ਵਿੱਚ ਲਿਖੀ ਹੋਈ ਹੈ। ਕਹਿੰਦੇ ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਕਹਿੰਦੇ ਤੇਰੇ ਹੀ ਬਣਾਏ ਹੋਏ ਜਿਹੜੇ ਇਹ ਬਣਾਇਓ ਇੱਥੇ ਮੋਹ ਫਾਸ ਦਾ ਫੰਦਾ ਪਾਇਆ ਹੈ, ਇਹ ਤੇਰਾ ਹੀ ਬਣਾਇਆ। ਕਹਿੰਦੇ ਇਹ ਤੇਰੀ ਵਿਧੀ ਹੈ, ਇਹ ਤੇਰਾ ਤਰੀਕਾ ਹੈ। ਸਾਨੂੰ ਇਹਨਾਂ ਦੇ ਵਿੱਚ ਅਸੀਂ ਉਹ ਪ੍ਰੇਮ ਪੈ ਗਿਆ, ਤਾਂ ਉਹ ਪ੍ਰੇਮ ਦੀਆਂ ਜਿਹੜੀਆਂ ਚੀਜ਼ਾਂ ਬਣਾਈਆਂ ਸੀ, ਜਿਸ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ, ਸਾਰੇ ਜਿੰਨੇ ਵੀ ਫਾਹੇ ਬਣਾਇਓ ਇਹਦੇ ਵਿੱਚ ਕਹਿੰਦੇ ਹੁਣ ਮੈਂ ਕਹਿੰਦੇ ਹਮ ਪ੍ਰੇਮ ਬੰਧਨ ਤੁਮ ਬਾਂਧੇ। ਤੂੰ ਇਹਨਾਂ ਦੇ ਵਿੱਚ ਜਿਹੜਾ ਸਾਡਾ ਮੋਹ ਪਿਆਰ ਪੈਦਾ ਜਾਣੀ ਕਿ ਚੀਜ਼ਾਂ ਹੀ ਇਸ ਤਰ੍ਹਾਂ ਦੀਆਂ ਨੇ, ਸਾਡਾ ਇਹਦੇ 'ਚ ਮੋਹ ਪਿਆਰ ਪੈਦਾ ਪੈ। ਹੁਣ ਦੱਸਦੇ ਨੇ ਕਿ ਅੱਗੇ ਸਾਨੂੰ ਸਮਝਾਉਂਦੇ ਨੇ ਕਿ ਇਸ ਜਗ ਦੁੱਖ ਕੀ ਖੇਤਰੀ, ਇਹ ਸਾਰਾ ਹੀ ਜਗ ਕਹਿੰਦੇ ਦੁੱਖਾਂ ਦਾ ਖੇਤ ਹੈ। ਕਹਿੰਦੇ ਇਹ ਜਾਣਤ ਸਭ ਕੋਏ, ਸਾਰੇ ਕਹਿੰਦੇ ਅਸੀਂ ਜਾਣਦੇ ਹਾਂ ਦੁੱਖ ਪੈਦਾ ਹੁੰਦੇ ਆ ਜਿਸ ਜਿੱਥੇ ਅਸੀਂ ਜਾਂਦੇ। ਕਹਿੰਦੇ ਕਿ ਗਿਆਨੀ ਕਾਟੇ ਹਰ ਨਾਮ ਸੋ, ਜਿਹੜੇ ਗਿਆਨੀ ਹੈ ਜਿਨ੍ਹਾਂ ਨੇ ਗਿਆਨ ਲੈ ਲਿਆ ਗੁਰੂ ਤੋਂ, ਉਹ ਕਹਿੰਦੇ ਉਹ ਇਹਨੂੰ ਕੱਟਦੇ ਨੇ, ਜਿਹੜੀ ਇਹ ਜੇਵਰੀ ਪਾਈ ਉਹ ਹੈ ਇਹਨੂੰ ਕੱਟਦੇ ਨੇ। ਕਾਹਦੇ ਨੇ? ਹਰੀ ਦੇ ਨਾਮ ਦੇ ਨਾਲ ਕੱਟਦੇ ਨੇ। ਕੀ ਲਿਖਿਆ ਸੀ? ਗਿਆਨੀ ਕਾਟੇ ਹਰ ਨਾਮ ਸੋ, ਉਹ ਹਰੀ ਦੇ ਨਾਮ ਨਾਲ ਕੱਟਦੇ ਨੇ। ਮੂਰਖ ਕਾਟੇ ਰੋਏ, ਜਿਹੜਾ ਕਹਿੰਦੇ ਮੂਰਖ ਆ ਜਿਹਨੇ ਗਿਆਨ ਨਹੀਂ ਲਿਆ ਉਹ ਮੂਰਖ ਆ ਇਸ ਦੁਨੀਆ ਦੇ ਤੇ, ਉਹ ਮਨ ਦੇ ਮਗਰ ਲਗਾਇਆ। ਉਹ ਕਿਸ ਤਰ੍ਹਾਂ ਕੱਟਦਾ? ਉਹ ਕਹਿੰਦੇ ਫਿਰ ਰੋ ਰੋ ਕੇ 84 ਲੱਖ ਜੀਆ ਜੂਨ ਦੇ ਵਿੱਚ ਥਾਂ ਥਾਂ ਫਿਰਦਾ ਤੇ ਰੋਂਦਾ, ਤਾਂ ਫਿਰ ਕਹਿੰਦੇ ਉਹ ਆਪਣਾ ਉਹ ਜਿੰਨੇ ਵੀ ਕਰਮ ਕੀਤੇ ਉਹ ਭੁਗਤਤਾ ਹੈ। ਹੁਣ ਸਾਨੂੰ ਇਸੇ ਤਰ੍ਹਾਂ ਗੁਰੂ ਮਿਲੇ ਭਉ ਜਲ ਲੰਘੀਏ, ਅਸੀਂ ਜਦੋਂ ਇੱਥੋਂ ਪਾਰ ਜਾਣਾ ਹੈ, ਕਹਿੰਦੇ ਲਿਖਿਆ ਹੈ ਨਾ ਛੁੱਟ ਬੋ ਕੌਣ ਗੁਣ। ਗੁਰੂ ਮਿਲੇ ਭਉ ਜਲ ਲੰਘੀਏ, ਪਾਰ ਬ੍ਰਹਮ ਜਾਣ ਵਾਸਤੇ ਕਹਿੰਦੇ ਕਵਨ ਗੁਣ ਤੋਂ। ਇੱਥੇ ਕਹਿੰਦੇ ਸਾਨੂੰ ਜੇ ਗੁਰੂ ਮਿਲੂ, ਦਰਗਾਹ ਪਤ ਪਰਵਾਨ, ਫਿਰ ਕਹਿੰਦੀ ਦਰਗਾਹ ਉਹ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਸਾਡੀ ਪਤ, ਸਾਡੀ ਇੱਜ਼ਤ ਸਾਡੀ ਰਹਿ ਜੂਗੀ। ਕਿਉਂ? ਨਹੀਂ ਤਾਂ ਫਿਰ ਕਹਿੰਦੇ ਜਮਾਂ ਨੇ ਜਿਹੜੀ ਸਾਡੀ ਦੁਰਦਸ਼ਾ ਕਰਨੀ ਆ, ਉੱਥੇ ਕੋਈ ਸਾਡੀ ਜਾਣੀ ਕਿ ਪੁੱਛ ਗਿੱਛ ਕਰਨ ਵਾਲਾ ਨਹੀਂ ਹੈ। ਇਸ ਕਰਕੇ ਤੇ ਨਾਨਕ ਤੇ ਮੁਖ ਉਜਲੇ, ਗੁਰੂ ਘਰ ਦੀ ਬਾਣੀ ਆ, ਕਹਿੰਦੇ ਉਹਨਾਂ ਦੇ ਮੁਖ ਉਜਲੇ, ਉਹ ਜਾਣੀ ਕਿ ਉਹਨਾਂ ਦੇ ਉੱਤੇ ਨੂਰ ਉਸਲੇ ਝਲਕੂਗਾ ਕਿਹਨਾਂ ਤੇ? ਜਿਨ੍ਹਾਂ ਦੇ ਅੰਦਰ ਧੁਨ ਉਪਜੇ ਸ਼ਬਦ ਨਿਸ਼ਾਨ, ਜਿਨ੍ਹਾਂ ਨੇ ਜੀਂਦੇ ਜੀ ਗੁਰੂ ਤੋਂ ਉਪਦੇਸ਼ ਲੈ ਕੇ, ਕਹਿੰਦੇ ਗੁਰੂ ਮਿਲੇ, ਗੁਰੂ ਤੋਂ ਉਪਦੇਸ਼ ਲੈ ਕੇ ਆਪਣੇ ਅੰਦਰ ਉਹ ਜਿਹੜੀ ਅਨਹਦ ਬਾਣੀ ਧੁਨ ਹੈ ਉਹ ਜਦੋਂ ਕਹਿੰਦੇ ਉਹਨਾਂ ਨੇ ਪ੍ਰਗਟ ਕਰ ਲਈ, ਉਹ ਪ੍ਰਗਟ ਕਰ ਲਈ। ਉਹ ਕਹਿੰਦੇ ਧੁਨ ਜਿਹੜੀ ਆ ਉਹ ਹੀ ਸ਼ਬਦ ਹੈ, ਉਹ ਹੀ ਜਿਹੜਾ ਅਸੀਂ ਪੜ੍ਹ ਕੇ ਆਏ ਨਾ, ਇਹ ਸਤਿਗੁਰੂ ਇਹ ਨਵੇਂ, ਉਹ ਕਹਿੰਦੇ ਸਤਿਗੁਰੂ ਹੈ, ਉਹ ਸ਼ਬਦ ਗੁਰੂ ਹੈ। ਉਹ ਕਹਿੰਦੇ ਨਿਸ਼ਾਨ ਉੱਥੇ ਤੁਹਾਨੂੰ ਵੱਜਦਾ ਸਾਨੂੰ ਕਦੋਂ? ਜਦੋਂ ਅਸੀਂ ਪੂਰਨ ਸੰਤ ਸਤਿਗੁਰੂ ਕੋਲੋਂ ਉਪਦੇਸ਼, ਗੁਰੂ ਤੋਂ ਉਪਦੇਸ਼ ਲਵਾਂਗੇ। ਹੁਣ ਅੱਗੇ ਸਾਨੂੰ ਸਮਝਾਉਂਦੇ ਨੇ, ਅੱਗੇ ਜਿਸ ਘਟ ਵਸਿਆ ਨਾਉ, ਜਿਸ ਸਰੀਰ ਦੇ ਵਿੱਚ ਪ੍ਰੋੜਤਾ ਕਰਦੇ ਨੇ ਉਹ ਨਾਮ ਦਾ ਵਾਸਾ ਹੋ ਗਿਆ। ਤਿਸ ਬੰਧਨ ਕਾਟੀਏ, ਕਹਿੰਦੇ ਕਵਨ ਛੁਟੀਏ ਕਵਨ ਗੁਣ,
ਕਹਿੰਦੇ ਜਿਸ ਘਟ ਬਸਿਆ ਨਾਉ, ਉਹ ਨਾਮ ਹੈ, ਉਹ ਗੁਰੂ ਦਾ ਬਖਸ਼ਿਆ ਹੋਇਆ ਨਾਮ ਹੈ, ਜਿਹੜਾ ਕਹਿੰਦੇ ਉਹ ਇੱਥੋਂ ਛੁੱਟਣ ਵਾਸਤੇ, ਇੱਥੋਂ ਛੁਟਕਾਰਾ ਪਾਉਣ ਵਾਸਤੇ ਸਾਨੂੰ ਉਸ ਨੂੰ ਜਦੋਂ ਅੰਦਰ ਪ੍ਰਗਟ ਕਰ ਲਿਆ। ਜਿਸ ਘਟ ਬਸਿਆ ਨਾਉ ਤਿਸ ਬੰਧਨ ਕਾਟੀਏ, ਉਹਦਾ ਕਹਿੰਦੇ ਇੱਥੋਂ ਬੰਧਨ ਜਿਹੜੇ ਪਏ ਹੋਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ, ਅਸੀਂ ਜਿਤਨੇ ਵੀ ਅਸੀਂ ਇੱਥੇ ਕਾਰਜ ਕੀਤੇ, ਇਹਨਾਂ ਦੇ ਜਿਹੜੇ ਬੰਧਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਕੀ ਕਹਿੰਦੇ ਨੇ, ਗੁਰ ਪ੍ਰਸਾਦੀ ਕਿਨੇ ਵਿਰਲੇ ਹਰ ਧਨ ਖਟਿਆ। ਕਹਿੰਦੇ ਗੁਰੂ ਦੇ ਪ੍ਰਸ਼ਾਦ ਨਾਲ, ਆਪਣੀ ਮਨਮਤ ਨਾਲ ਕਦੀ ਨਹੀਂ ਕੋਈ ਵੀ ਇਸ ਨੂੰ ਪਾ ਸਕਦਾ। ਹੁਣ ਸਾਨੂੰ ਸਮਝਾਉਂਦੇ ਨੇ ਅੱਗੇ, ਏਕ ਬੂੰਦ ਸੋ ਬੁਝ ਗਈ, ਗੁਰੂ ਰਵਿਦਾਸ ਜੀ ਦੀ ਬਾਣੀ ਹੈ, ਏਕ ਬੂੰਦ ਸੋ ਬੁਝ ਗਈ। ਕਹਿੰਦੇ ਜਨਮ ਜਨਮ ਕੀ ਪਿਆਸ, ਜਨਮ ਮਰਨ ਬੰਧਨ ਟੂਟੇ, ਪਏ ਰਵਿਦਾਸ ਖਲਾਸ। ਕਹਿੰਦੇ ਉਹ ਅੰਮ੍ਰਿਤ ਦੀ ਜਿਹੜੀ ਇੱਕ ਬੂੰਦ ਸੀ, ਉਹਨੇ ਕਹਿੰਦੇ ਇੱਥੇ ਆ ਕੇ ਇੰਨਾ ਕੰਮ ਕੀਤਾ ਕਿ ਉਹਦੇ ਨਾਲ ਮੇਰੇ ਜਿਹੜੇ ਬੰਧਨ ਸੀਗੇ ਸਾਰੇ ਟੁੱਟ ਗਏ। ਤਾਂ ਕਹਿੰਦੇ ਮੈਂ ਇਸ ਬੰਧਨ ਤੋਂ, ਜਾਣੀ ਕਿ ਸਰੀਰ ਰੂਪ ਬੰਧਨ ਤੋਂ, ਇਹ ਤੋਂ ਕਹਿੰਦੇ ਮੈਂ ਖਲਾਸ ਹੋ ਗਿਆ। ਜਦੋਂ ਮੈਂ ਇਹਦੇ ਚੋਂ ਖਲਾਸ ਹੋਇਆ, ਉਹ ਕਿਹਦੇ ਨਾਲ, ਇਹ ਕਹਿੰਦੇ ਇੱਕ ਬੂੰਦ ਅੰਮ੍ਰਿਤ ਦੀ ਜਦੋਂ ਅੰਦਰ ਮੇਰੇ ਪ੍ਰਗਟ ਹੋ ਗਈ, ਉਹ ਨਾਮ ਪ੍ਰਗਟ ਹੋ ਗਿਆ, ਉਹਨੇ ਫਿਰ ਕਹਿੰਦੇ ਇਹ ਸਾਡਾ ਮੇਰਾ ਜੀਵਨ ਹੀ ਬਦਲ ਦਿੱਤਾ। ਜਨਮ ਜਨਮ ਕੀ ਪਿਆਸ, ਉਹ ਜਨਮਾਂ ਜਨਮਾਂ ਤੋਂ ਮੈਂ ਉਸ ਅੰਮ੍ਰਿਤ ਦੇ ਜਾਣੀ ਕਿ ਬੂੰਦ ਨੂੰ ਤਰਸਦਾ ਸੀ। ਕਹਿੰਦੇ ਹੁਣ ਮੇਰੇ ਕਹਿੰਦੇ ਉਹ ਮਿਲ ਗਈ, ਤਾਂ ਮੇਰੇ ਕਹਿੰਦੇ ਇਹ ਦੁਨੀਆ ਚੋਂ ਖਲਾਸੀ ਹੋ ਗਈ, ਮੇਰਾ ਕਹਿੰਦੇ ਹੁਣ ਜਨਮ ਕੱਟਿਆ ਗਿਆ। ਆਪ ਜੀ ਨੇ ਕੀ ਲਿਖਿਆ ਸੀ, ਪ੍ਰੇਮ ਕੀ ਜੇਬਰੀ ਬੰਨ੍ਹਦੇ ਹੋ ਤੋਰਾ ਜਨ। ਸਾਰੇ ਕਹਿੰਦੇ ਦੁਨੀਆ ਦੇ ਜੀਵ, ਇਹ ਜਨ ਇਨਸਾਨ ਜਿਹੜਾ ਆ ਵੱਜਾ ਆ, ਕਹੋ ਰਵਿਦਾਸ ਛੂਟਿਓ ਕਵਨ ਗੁਣ। ਕਹਿੰਦੇ ਉਹ ਵਿਧੀ ਦੱਸੋ, ਮੈਂ ਅਰਜ਼ ਕਰਦਾ ਹਾਂ ਜਿਹਦੇ ਨਾਲ ਕਹਿੰਦੇ ਇੱਥੋਂ ਮੇਰਾ ਛੁਟਕਾਰਾ ਹੋ ਜਾਵੇ। ਹੁਣ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਅਸੀਂ ਸ਼ਬਦ ਲੈ ਕੇ ਆਇਆ ਸੀ, ਅਗਰ ਇਹ 'ਤੇ ਵਿਚਾਰ ਕਰਦੇ ਕੋਈ ਸਾਡੇ ਕੋਲੋਂ ਅਲਫਾਜ਼ ਕੋਈ ਗਲਤ ਬੋਲਿਆ ਗਿਆ, ਅਸੀਂ ਸ਼ਿਮਾ ਦੇ ਜਾਚਕ ਹਾਂ। ਤੇ ਆਪ ਜੀ ਅਗਰ ਇਸ ਨੂੰ ਪਸੰਦ ਕਰਦੇ ਹੋ, ਇਸ ਬਾਣੀ ਨੂੰ ਜਾਂ ਇਸ ਪ੍ਰੋਗਰਾਮ ਨੂੰ, ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੇ ਜੈ ਗੁਰਦੇਵ। ਫਿਰ ਅਗਲੀ ਵਾਰੀ ਮਿਲਾਂਗੇ।